एंशिएंट इंडिया के MCQs आप कर रहे हैं एंशिएंट इंडिया के। तो साढ़े को क्वेश्चन क्या है, द फेमस वैदिक सेइंग वार बिगिनस इन द माइंड ऑफ मैन इज स्टेटेड इन, हाँ जी दसो कि स्टेट किया है सर सी ऑप्शन। सी ऑप्शन अथर्वा वेदा दे विच ये जिहड़ी स्टेटमेंट दी है अथर्वा वेदा। हाँ हाँ बोलो। ਜਿਹੜਾ ਆਯੁਰਵੇਦਾ ਸੀਗਾ मतलब ਉਹਨੂੰ ਇਹਦਾ ਇੱਕ ਪਾਰਟ ਹੀ ਹੈ ਜਾਂ ਥੋੜਾ ਮਤਲਬ ਡਿਫਰੈਂਟ ਹੀ ਹੋ ਗਿਆ ਇਹਦੇ ਨਾਲੋਂ? नहीं अलग है। आयुरा वेदा ਇਹਦੇ ਨਾਲੋਂ अलग है। अथर्वा वेदा ਸਾਡੇ ਕੋਲੇ एक्चुअली ਤਾਂ अथर्वा वेदा बारे मैं 3-4 पॉइंट ਤੁਹਾਨੂੰ ਜਦੋਂ ਹੁਣ डिस्कशन थले आ ही गया। तो ਇਹਦੇ ਵਿੱਚ ਨਾ ਇੱਕ ਤਾਂ ਇਹਨੂੰ ਲੋਕੀ ਆਰੀਅਨ ਵਰਕ ਨਹੀਂ ਮੰਨਦੇ, ਨੌਨ ਆਰੀਅਨ ਮੰਨਦੇ ਆ, ਪਹਿਲਾ ਪੁਆਇੰਟ। ਦੂਜਾ ਇਹਦੇ ਚ ਮੈਂ ਕੱਲ ਵੀ ਤੁਹਾਨੂੰ ਦੱਸਿਆ ਸੀਗਾ ਕਿ ਇਹਦੇ ਵਿੱਚ ਮੈਜੀਕਲ ਫਾਰਮੂਲਾਸ ਭੂਤਾਂ ਪ੍ਰੇਤਾਂ ਨੂੰ ਈਵਲ ਫੋਰਸਿਸ ਨੂੰ ਆਪਾਂ ਕਿਸ ਤਰ੍ਹਾਂ ਦੂਰ ਭਜਾਉਣਾ ਹੈ। ਜਿਵੇਂ ਅੱਜ ਕੱਲ ਵੀ ਆਪਣੇ ਕਨਸੈਪਟ ਹੁਣ ਥੋੜੇ ਜਿਹੇ ਦੂਰ ਹੋ ਗਏ, ਰੂਰਲ ਪੰਜਾਬ 'ਚ ਹਲੇ ਵੀ ਚੱਲਦੇ ਆ ਕਿ ਬੱਚੇ ਨੂੰ ਝਾਕ ਲੱਗ ਜਾਣਾ, ਨਜ਼ਰ ਲੱਗ ਜਾਣੀ, ਇਹੋ ਜਿਹੀਆਂ ਚੀਜ਼ਾਂ ਸੁਪਰਸਟੀਸ਼ਨਸ ਜਿਹੜੀਆਂ ਸਾਰੀਆਂ ਨੇ। ਤੋ ਆਮ ਤੌਰ ਤੇ ਕਈ ਇਹਨੂੰ ਜਿਵੇਂ ਸ਼ਤਪਥ ਬ੍ਰਾਹਮਣ ਹੈ, ਸ਼ਤਪਥ ਬ੍ਰਾਹਮਣ 3 ਵੇਦਾਂ ਦੀ ਗੱਲ ਕਰਦੀ ਹੈ, ਰਿਗਵੇਦ, ਸਾਮਵੇਦ ਤੇ ਯਜੁਰਵੇਦ। ਉਹ ਅਥਰਵਾ ਵੇਦ ਨੂੰ ਵੇਦ ਨਹੀਂ ਮੰਨਦੀ ਹੈਗੀ। ਤੋ ਪਰ ਇਹਦੇ ਵਿੱਚ ਜਿਹੜੀ ਲਾਈਨ ਹੈ ਇਹ UNO ਦੇ ਵਿੱਚ ਵੀ ਲਾਈਨ ਕੋਟ ਹੁੰਦੀ ਹੈ, ਵਾਰ ਬਿਗਿਨਸ ਇਨ ਦਾ ਮਾਈਂਡਸ ਆਫ ਮੈਨ। ਪਹਿਲਾਂ ਜਿਹੜੀ ਵਾਰ ਹੈ ਬੰਦੇ ਦੇ ਦਿਮਾਗ ਦੇ ਵਿੱਚ ਪੈਦਾ ਹੁੰਦੀ ਹੈ, ਫਿਰ ਇਹ ਅਦਰਵਾਈਜ਼ ਆਉਂਦੀ ਹੈ। ਇੱਕ ਆ ਸਾਡੇ ਕੋਲ ਕੁਐਸਚਨ ਨੰਬਰ 63rd ਕੁਐਸਚਨ ਹੈ, ਵਿਚ ਆਫ ਦਾ ਫੋਲੋਇੰਗ ਵਾਸ ਨਾਟ ਵਨ ਆਫ ਦਾ ਰੀਜ਼ਨਸ, ਨਾਟ ਪੁੱਛਿਆ, one of the reasons for gradual weakening of tribal assemblies in later Vedic age। क्वेश्चन जो कोई भी करना ना उन्होंने नॉट किथे पे है उन्होंने एक बार बहुत ध्यान नाल पढ़ लेना। लेटर शुरू दे विच लेटर जिहड़ी बिगिनिंग ऑफ वैदिक एज है ਉਹਦੇ ਵਿੱਚ ਜਿਹੜੀ ਰਾਇਲ ਪਾਵਰ ਸੀ ਉਹ ਮਤਲਬ ਕਿ which of the following was not one of the reasons for gradual weakening of tribals। ग्रैजुअल वीकनिंग ऑफ ट्राइबल्स दे लई किहड़ा हेठ लिखिया चो रीजन जिहड़ा साडे कोले नहीं है। तो पहला नूं थोड़ा थोड़े समय लिए रोक लो। इन लार्ज टेरिटोरियल स्टेट्स ऑर्डिनरी पीपल कुड नॉट ट्रैवल लॉन्ग डिस्टेंस टू अटेंड मीटिंग्स। ਇਹਦੀ ਪ੍ਰੋਬੇਬਿਲਿਟੀ ਆਪਾਂ ਮੰਨ ਸਕਦੇ ਹਾਂ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜ਼ਿਆਦਾਤਰ ਲੋਕੀ ਔਨ ਫੁੱਟ ਹੀ ਜਾਂਦੇ ਸੀ, ਠੀਕ ਹੈ ਨਾ। The assemblies acquired an aristocratic character। later Vedic age ਦੇ ਵਿੱਚ ਜਿਹੜੀਆਂ assemblies ਤੇ ਸੀਗੀਆਂ ਇਹ aristocratic character, ਕਿਉਂਕਿ later Vedic age ਟਰਮ ਉੱਤੇ ਬਹੁਤ ਇੰਪੋਰਟੈਂਟ ਹੈ। assemblies ਜਿਹੜੀਆਂ ਸੀਗੀਆਂ ਇਹ aristocratic character ਜਿਹੜਾ ਸੀਗਾ ਉਹ ਅਡਾਪਟ ਕਰ ਗਈਆਂ ਸੀਗੀਆਂ। ਜਿਸ ਤਰ੍ਹਾਂ ਜਿਹੜੇ ਟੈਕਸ ਸੀਗੇ, ਦੇਖੋ ਅਰਿਸਟੋਕ੍ਰੇਸੀ ਕਿੱਥੋਂ ਆਈ? ਪਹਿਲਾਂ ਇੱਕ ਬਾਲੀ ਟੈਕਸ ਹੁੰਦਾ ਸੀ। ਬਾਲੀ ਟੈਕਸ ਵਲੰਟਰੀ ਸੀ, ਤੁਸੀਂ ਦੇ ਦਿਓ ਤਾਂ ਵੀ ਠੀਕ ਹੈ, ਨਾ ਦਿਓ ਤਾਂ ਵੀ ਠੀਕ ਹੈ। ਜਦੋਂ ਅਰਿਸਟੋਕ੍ਰੈਟਿਕ ਕਰੈਕਟਰ ਵਧਿਆ ਤਾਂ ਬਾਲੀ ਟੈਕਸ ਉਹਨਾਂ ਨੇ ਮੈਂਡੇਟਰੀ ਕਰਤਾ। ਇਸੇ ਤਰ੍ਹਾਂ ਸ਼ੁਰੂ ਇਹਨੂੰ ਬਾਈ ਫੋਰਸ ਵੀ ਲੈਣ ਲੱਗੇ। ਆ ਜਦੋਂ ਬਾਈ ਫੋਰਸ ਲੈਣ ਲੱਗੇ, ਦਿਸ ਇਜ਼ ਅ ਸਿੰਬਲ ਆਫ ਅਰਿਸਟੋਕ੍ਰੇਸੀ। they also surrendered some of their activities to new officials called ratnis। ਇੱਕ ਤਾਂ ਆ ਚੀਜ਼ ਪੱਕਾ ਯਾਦ ਰੱਖ ਲਓ ਕਿ ਨਿਊ ਆਫੀਸ਼ੀਅਲਸ ਨੂੰ ਰਤਨੀਸ ਕਹਿੰਦੇ ਸੀ। ਤੇ ਇਹਨਾਂ ਨਿਊ ਆਫੀਸ਼ੀਅਲਸ ਦੇ ਵਿੱਚ ਸਾਡੇ ਕੋਲੇ ਪੁਰੋਹਿਤਾ, ਸੈਨਾਪਤੀ, ਵਰਜਾਪਤੀ, ਜੀਵਾ ਗ੍ਰਿਬੈ, ਪੁਲਿਸ ਆਫੀਸਰ, ਦੂਤ, ਸਪਾਈਸ, ਗ੍ਰਾਮੀਣੀ, ਪਿੰਡ ਦਾ ਹੈੱਡ, ਕੁਲਾਪਤੀ, ਹੈੱਡ ਆਫ ਦਾ ਫੈਮਿਲੀ, ਸੰਗਰੀ, ਹਿੱਤਰੀ, ਖਜ਼ਾਨਚੀ, ਭਾਗਾ ਦੋਗਾ ਜਿਹੜਾ ਰੈਵਨਿਊ ਕਲੈਕਟ ਕਰਦਾ। तो they also surrender some of their activities to the new officials। ट्राइबल असैंबली सी ਜਿਹੜੀਆਂ ਜਦੋਂ ਅਫਸਰ ਨਹੀਂ ਸੀਗੇ ਤਾਂ ਕਾਫੀ ਕੰਮ ਜਿਹੜੀਆਂ ਟ੍ਰਾਈਬਲ ਅਸੈਂਬਲੀਜ਼ ਆਪ ਹੀ ਕਰਦੀਆਂ ਸੀ। ਜਦੋਂ ਅਫਸਰ ਆ ਗਏ ਤਾਂ ਫਿਰ ਉਹ ਕੰਮ ਅਫਸਰ ਕਰਨ ਲੱਗੇ। तो ਇਹਦੀ ਪ੍ਰੋਬੇਬਿਲਿਟੀ ਵੀ ਠੀਕ ਹੋਣ ਦੀ ਹੈਗੀ ਹੈ, ਇਹਦੀ ਵੀ ਹੈਗੀ ਹੈ ਤੇ ਇਹਦੀ ਵੀ ਹੈਗੀ ਹੈ। ਸਾਡੇ ਕੋਲੇ ਜਿਹੜੀ ਵੀਕਨਿੰਗ ਹੈ ਨਾ, ਗ੍ਰੈਜੂਅਲ ਵੀਕਨਿੰਗ, ट्राइबल असैंबली वीकन जोग्राफिकल रीजन करके हो सकती हैं। असैंबली का अरिस्टोक्रेटिक मतलब के करैक्टर हो गया, ਉਹਦੇ करके भी हो सकती हैं कि आम बंदियां दी पार्टिसिपेशन दी केयर ही नहीं करते। तीजा असैंबली ਦੀਆਂ कुछ पावरां रतनीस लैके, ये तिन्ने ਇਹਦੇ रीजन हो सकते हैं। ਜਿਹੜੀ ਹੁਣ ਰਾਇਲ ਪਾਵਰ ਹੈ, ਜਿਹੜੀ ਸੈਂਟਰਲ ਟੀਅਰ ਦੀ ਪਾਵਰ ਹੈ, ਜੇ ਉਹ ਇਨਕਰੀਜ਼ ਵੀ ਹੋ ਜਾਂਦੀ ਹੈ ਤਾਂ ਉਹਦਾ ਅਸਰ ਆ 2-3 ਟੀਅਰ ਹੈ। ਸੈਂਟਰ ਕਿਹਨੂੰ ਕੰਟਰੋਲ ਕਰੂਗਾ? ਸੈਂਟਰ ਇਹ ਹੈਡਸ ਨੂੰ ਕੰਟਰੋਲ ਕਰੂਗਾ। ਤੇ ਪ੍ਰੋਬੇਬਿਲਿਟੀ ਜਿਹੜੇ ਥੱਲੇ ਵਾਲੇ 2-3 ਲੈਵਲ ਥੱਲੇ, ਜਿਵੇਂ ਆਪਾਂ ਪਹਿਲਾਂ ਹੀ ਆਪਾਂ ਅੱਗੇ ਕਰਾਂਗੇ ਵੀ, ਸਭ ਤੋਂ ਉੱਤੇ ਰਾਸ਼ਟਰ ਆਏਗਾ। ਮੈਂ ਲਾਸਟ ਟਾਈਮ ਕੱਲ ਵੀ ਆਪਾਂ ਕੀਤਾ ਸੀਗਾ।
ਰਾਸ਼ਟਰਾ ਤੋਂ ਥੱਲੇ ਫਿਰ ਸਾਡੇ ਕੋਲੇ ਗ੍ਰਾਮੀਣੀ, ਬਿਲਕੁਲ ਥੱਲੇ ਜਾ ਕੇ ਸਾਡੇ ਕੋਲੇ ਜਿਵੇਂ ਕੁੱਲ ਆ ਗਈ, ਉੱਤੇ ਇਹਦੇ ਵਿਸ਼ਕਲੈਨ ਆ ਗਿਆ। ਇਸ ਤਰ੍ਹਾਂ ਸੀ ਸਟਰਕਚਰ ਇਹਦੇ ਤੋਂ ਉੱਤੇ ਸ਼ਾਇਦ ਕਦਾ ਕੋਈ ਹੋਰ ਸੀ। ਤੋ ਇਹ ਇਸ ਤਰ੍ਹਾਂ ਦਾ ਸਾਡਾ ਸਟਰਕਚਰ ਸੀਗਾ। ਰਾਸ਼ਟਰਾ ਟੌਪ ਤੇ ਸੀਗਾ, ਜਿਹੜਾ ਟ੍ਰਾਈਬਲ ਅਸੈਂਬਲੀ ਸੀਗੀਆਂ ਇਹ ਥੱਲੇ ਗ੍ਰਾਮੀਣ ਤੀਜੇ ਲੈਵਲ ਤੇ ਸੀਗੀਆਂ। ਤੋ ਰਾਇਲ ਪਾਵਰ ਦਾ ਇਨਕਰੀਜ਼ ਹੋਣਾ ਪਹਿਲੇ ਦੋ ਲੈਵਲ ਨੂੰ ਜ਼ਿਆਦਾ ਇਫੈਕਟ ਕਰਦਾ, ਥੱਲੇ ਵਾਲਿਆਂ ਨੂੰ ਘੱਟ ਕਰਦਾ। ਜੇ ਇਹਨਾਂ ਤੋਂ ਕੋਈ ਆਨਸਰ ਬਣਦਾ ਤੋ ਇਹਦੇ ਸਾਡੇ ਕੋਲੇ 63 ਦਾ ਇਹ ਬਣਦਾ। ਇਹ ਜਿਹੜਾ ਦਿਸ ਇਜ਼ ਨਾਟ ਵਨ ਆਫ ਦਾ ਡੋਮੀਨੈਂਟ ਰੀਜ਼ਨਸ, ਜਿਹੜਾ ਇਹ ਸੀਗਾ। ਤੋ ਨੈਕਸਟ ਸਾਡੇ ਕੋਲੇ ਆਹੀ ਆਪਣੇ ਕੋਲੇ ਕੁਐਸਚਨ ਆ ਗਿਆ ਕਿ ਜਿਹੜਾ ਜੀ ਇਹਨਾਂ ਦਾ ਆਰਡਰ ਕੀ ਸੀਗਾ ਸੋਸਾਇਟੀ ਦੇ ਵਿੱਚ। ਜਿੰਨੇ ਵੀ ਆਪਣੇ ਕੁਐਸਚਨ ਇੱਕ ਵਾਰ ਆਪਾਂ ਦੇਖ ਲਈਏ। ਅਮੰਗ ਵੇਰੀਅਸ ਯੂਨਿਟਸ ਟ੍ਰਾਈਬਲ ਕਿੰਗਡਮ ਰਾਸ਼ਟਰਾ ਸਾਡੇ ਕੋਲੇ ਟ੍ਰਾਈਬਲ ਕਿੰਗਡਮ ਸੀਗਾ। ਅੱਗੇ ਸਾਨੂੰ ਕੀ ਕਹਿੰਦੇ ਆਫ ਦਾ ਵੈਦਿਕ ਸੋਸਾਇਟੀ ਵਿਚ ਵਨ ਆਫ ਦਾ ਬੇਸਿਕ ਯੂਨਿਟ। ਤੋ ਬੇਸਿਕ ਯੂਨਿਟ ਜਿਹੜਾ ਸਾਡੇ ਕੋਲੇ ਇਸ ਦਾ ਸੀਗਾ ਉਹ ਦੱਸੋ ਜੀ ਕਿਹੜਾ ਸੀਗਾ? ਕੱਲ ਆਪਾਂ ਕੀਤਾ ਸੀ ਇਹ ਸਰਕੁਲ। ਇਟ ਵਾਸ ਕੁਲ। ਸਭ ਤੋਂ ਉੱਤੇ ਰਾਸ਼ਟਰਾ, ਵਿਸ਼ ਨੂੰ ਅਸੀਂ ਕਲੈਨ ਕਹਿ ਦਿੰਦੇ ਸੀਗੇ। ਥੱਲੋਂ ਜੇ ਮੈਂ ਸਟਾਰਟ ਕਰਾਂ ਤਾਂ ਸਾਡੇ ਕੋਲੇ ਗ੍ਰਾਮ ਆ ਗਿਆ, ਗ੍ਰਾਮ ਤੋਂ ਥੱਲੇ ਕੁੱਲ ਆ ਗਿਆ, ਫਿਰ ਇੱਥੇ ਜਨਾ ਆ ਜਾਂਦਾ ਸੀ, ਫਿਰ ਥੱਲੇ ਵਿਸ਼ ਆ ਜਾਂਦਾ ਸੀ। ਮੋਸਟ ਪ੍ਰੋਬੇਬਲੀ ਆ ਸਾਡੇ ਕੋਲੇ ਇੱਕ ਆਰਡਰ ਹੈ ਇਹਨਾਂ ਦਾ, ਜਿਹੜਾ ਰਾਸ਼ਟਰ ਤੋਂ ਥੱਲੇ ਤੱਕ ਦਾ ਸਾਡੇ ਕੋਲੇ ਆਰਡਰ ਜਿਹੜਾ ਸੀਗਾ ਇਹ ਚੱਲਦਾ ਸੀਗਾ। ਹੁਣ ਸਾਡੇ ਕੋਲੇ ਆਪਾਂ ਇਸ ਦੇ ਵਿੱਚ ਨੈਕਸਟ ਕੁਐਸਚਨ ਜਿਹੜਾ ਇੱਕ ਵਾਰ ਦੇਖੀਏ। ਵਿਚ ਆਫ ਦਾ ਫੋਲੋਇੰਗ ਸਟੇਟਮੈਂਟ about the system of taxation and revenue administration in the later Vedic age period is not correct। एक तो वैदिक ਤੇ later Vedic age ਥੋੜਾ ਜਿਹਾ ਫਰਕ ਹੈ, ਇਹ ਚੀਜ਼ ਨੂੰ ਹਾਈਲਾਈਟ ਕਰਕੇ ਰੱਖਿਆ ਕਰੋ। Settled life and stable agriculture led to production of surplus which could be collected by the king in the form of taxes। ਦੇਖੋ settled life ਜਿਵੇਂ ਆਪਾਂ ਜਾਣਦੇ ਹਾਂ ਕਿ ਆਇਰਨ ਸੀ, ਜਿਹੜਾ ਲੋਹਾ ਆਇਰਨ ਦੀ ਖੋਜ ਹੋ ਚੁੱਕੀ ਸੀ। ਐਗਰੀਕਲਚਰ ਜਿਹੜੀ ਸੀ ਸਾਡੇ ਕੋਲ ਉਹ ਡਿਵੈਲਪ ਹੋ ਚੁੱਕੀ ਸੀ। ਉਹਦੇ ਨਾਲ ਕਿਉਂਕਿ ਆਪਣੇ ਜਿਹੜੇ ਟੂਲਸ ਇੰਪਰੂਵ ਹੋ ਗਏ ਤਾਂ ਮੈਨੂਫੈਕਚਰਿੰਗ ਇੰਪਰੂਵ ਹੋ ਗਈ, ਟ੍ਰੇਡ ਵੀ ਇੰਪਰੂਵ ਹੋ ਗਿਆ। ਤੋ ਇਹਦੇ ਨਾਲ ਕੀ ਸੀਗਾ ਕਿ ਲੋਕਾਂ ਕੋਲੇ ਧਨ ਤੇ ਜਿਹੜਾ ਪੈਸਾ ਸੀਗਾ ਉਹ ਵਧੀਆ ਅਮਾਉਂਟ 'ਚ ਆ ਗਿਆ। ਤੋ ਉਹਦੇ ਨਾਲ ਸੈਟਲਡ ਲਾਈਫ, ਸਟੇਬਲ ਐਗਰੀਕਲਚਰ ਲੈਡ ਟੂ ਪ੍ਰੋਡਕਟਿਵ ਸਰਪਲਸ, ਬਿਲਕੁਲ ਠੀਕ ਹੈ, ਵਿਚ ਕੁਡ ਬੀ ਕਲੈਕਟਡ ਬਾਈ ਦਾ ਕਿੰਗ ਇਨ ਦਾ ਫਾਰਮ ਆਫ ਟੈਕਸਿਸ। ਜੇ ਅਸੀਂ ਇਹ ਗੱਲ ਕਹੀਏ ਨਾ ਕਿ ਬਾਲੀ ਨੂੰ ਉਹਨਾਂ ਨੇ ਮੈਂਡੇਟਰੀ ਕਿਉਂ ਕਰਤਾ ਵਲੰਟਰੀ ਤੋਂ, ਰੀਜ਼ਨ ਇਹ ਸੀ ਪਹਿਲਾਂ ਵਲੰਟਰੀ ਤਾਂ ਸੀ ਕਿ ਲੋਕਾਂ ਕੋਲੇ ਪੈਸਾ ਹੀ ਨਹੀਂ ਸੀ ਹੁੰਦਾ, ਇੰਨਾ ਸਰਪਲਸ ਨਹੀਂ ਸੀ ਹੁੰਦਾ। ਹੁਣ ਸਰਪਲਸ ਹੋਣ ਲੱਗ ਗਿਆ, ਫਿਰ ਉਹਨਾਂ ਨੇ ਮੈਂਡੇਟਰੀ ਕਰਤਾ। ਦ ਕਿੰਗ ਰਿਸੀਵਡ ਰੈਗੂਲਰ ਕੰਟਰੀਬਿਊਸ਼ਨ ਇਨ ਦਾ ਫਾਰਮ ਆਫ ਬਾਲੀ ਐਂਡ ਸ਼ੁਲਕਾ, ਠੀਕ ਹੈ। 1/6 ਆਫ ਦਾ ਪ੍ਰੋਡਿਊਸ ਆਫ ਦਾ ਲੈਂਡ ਵਾਸ ਪੇਏਬਲ ਟੂ ਦਾ ਕਿੰਗ। ਇਹ ਮੀਡੀਵਲ ਦਾ, ਮੀਡੀਵਲ ਇੰਡੀਅਨ ਹਿਸਟਰੀ ਦੇ ਵਿੱਚ ਇੱਕ ਅੱਧੀ ਵਾਰੀ 1/6 ਆਉਂਦਾ ਹੈ, ਨਹੀਂ 1/3 ਤੇ 1/4 ਜ਼ਿਆਦਾ ਆਉਂਦਾ। ਐਨ ਅਫੀਸ਼ੀਅਲ ਭਾਗਾ ਦੋਗਾ ਕਲੈਕਟਡ ਦਾ ਰਾਇਲ ਸ਼ੇਅਰ। ਇਹ ਆਪਾਂ ਹੁਣੀ ਮੈਂ ਤੁਹਾਡੇ ਕੋਲ ਆਫਿਸਰਸ ਵੈਦਿਕ ਏਜ ਦੇ ਡਿਸਕਸ਼ਨ 'ਚ ਲੈ ਆਉਂਦੇ ਸੀ। So, in the Vedic age, polygamy was unknown. Child marriage became prominent. Widows could remarry, and hypergamy was allowed. देखो आहा, widow could remarry. Which of the following is or are matched correctly? Samved, melody, सही है। अथर्ववेद मैजिकल स्पेल, अरियांका फॉरेस्ट बुक्स, ये भी ठीक है। सरांता सूत्रा ये गलत ने मैच किया है। जिहड़ा साडे कोले सरांता सूत्रा है ये बेसिकली वैदिक सैक्रीफाइस नूं डील करता है। डोमेस्टिक लाइफ नूं डील करता है गृह सूत्रा। नेक्स्ट साडे कोले नेम द ऋग्वेदिक गॉड हु इज बिलीव टू बी अपहोल्डर ऑफ कॉस्मिक आरटीए और कॉस्मिक ऑर्डर। कॉस्मिक ऑर्डर नूं अपहोल्ड करने वाले जिहड़े देवता ने वो वरुण ने। सोम देवता ने जिहड़े क्रीपर्स वेलां दे रस या इहनूं शराब भी कह दिंदे आ, एक मुजावत माउंटेन है ते मुजावंत वेलां दा रस जिवें अंगूर वेलां नूं लगदे ने, ठीक है। मुजावंत माउंटेन उदा तो जो रस निकलता है सोम इनू डील करता है।
लॉर्ड इंदिरा के काफ़ी नाम ने। लॉर्ड इंदिरा साडे बहुत इंपॉर्टेंट गॉड ने। लॉर्ड इंदिरा इन्हों असी एटमोसफीयर के गॉड भी कह दें, एटमोसफीयर। रेन के गॉड भी आप इन्हों कह दें। फिर इन्हों किलियां दे पुरांदर, किले नूं खत्म करने वाला पुरांदर, किले तोड़न वाला, यह भी आप इन्हों कह दें। तो थंडरबोल्ट वज्रा, इन्हों के एक वज्र प्रहार से देवराज इंद्र कोले, ਉਹਦੇ ਤੋਂ ਜਿਵੇਂ ਬੱਦਲ ਆਪਣੇ ਗੜਗੜਾਉਂਦੇ ਨੇ ਤੇ ਬਿਜਲੀ ਨਿਕਲਦੀ ਆ, ਇਸ ਤਰ੍ਹਾਂ ਦੀ ਉਹਦੇ ਤੋਂ ਸਾਊਂਡ ਆਉਂਦੀ ਸੀ। ਤੋਂ ਇਹ ਤਿੰਨ ਚਾਰ ਇਹਨਾਂ ਦੇ ਜਿਹੜੇ ਨਾਮ ਦੇ ਨਾਲ ਜੁੜੇ ਹੋਏ ਨੇ। ਅਗਨੀ ਹੈ ਜਿਹੜਾ ਇਹ ਫਾਇਰ ਗॉड ਸੀਗਾ। 200 ਹਿਮ ਰਿਗਵੇਦ ਚ ਇਹਨਾਂ ਦੇ ਆ, 250 ਇੰਦਰ ਦੇ ਆ। ਤੋਂ ਅਗਨੀ ਦੇ ਬਾਰੇ ਇਹ ਗੱਲ ਕਹੀ ਜਾਂਦੀ ਹੈ, ਇਹਨਾਂ ਦੀ ਮੇਨ ਡਿਊਟੀ ਇਹੀ ਸੀਗੀ ਕਿ ਗॉड ਤੇ ਗॉड्स ਤੇ ਹਿਊਮਨ ਬੀਇੰਗਸ ਦੇ ਵਿਚਕਾਰ ਇਹ ਮੀਡੀਏਟ ਕਰਦੇ ਸੀ। तो ਜਿਹੜਾ ਹਵਨ ਦੇ ਵਿੱਚੋਂ ਜਿਹੜਾ ਹਵਨ ਦਾ ਧੂਆਂ ਸੀਗਾ, ਅਗਨੀ ਸੀਗਾ ਜਿਹੜਾ ਜੋ ਹਵਨ 'ਚ ਸਮੱਗਰੀ ਪੈਂਦੀ ਸੀ ਉਹਨੂੰ ਧੂਏ 'ਚ ਕਨਵਰਟ ਕਰਕੇ ਗॉड्स ਤੱਕ ਪਹੁੰਚਾਉਂਦੇ ਸੀ। ਧੂਆਂ ਆਪਣੇ ਆਪ ਖੈਰ ਉੱਤੇ ਚਲੇ ਜਾਂਦਾ ਗॉड्स ਤੱਕ। ਸ਼ਰੂਤੀ ਲਿਟਰੇਚਰ ਡਸ ਨਾਟ ਇਨਕਲੂਡ। ਸ਼ਰੂਤੀ ਲਿਟਰੇਚਰ ਦੇ ਵਿੱਚ ਇਹਨਾਂ ਦੇ ਵਿੱਚੋਂ ਕਿਹੜਾ ਲਿਟਰੇਚਰ ਨਹੀਂ ਆਉਂਦਾ? वेदांगास। श्रुति लिटरेचर दे विच साडे कोले वेदांगास नहीं आते, वेदां दे अंग। और मैंने इत्थे थोड़ा जिहा क्लीयर करना पऊगा तुहानूं। हर एक जिहड़ा साडे कोले वेद है, वेदांगास वेदां दे उत्ते कमेंटरी है। वेदां दे अंग, लिम्स ऑफ वेदास, ਜਾਂ ਇਹਨੂੰ कह ਲਈਏ कि वेदां दे उत्ते कमेंटरी है। पंजाबी दे विच इहनूं भाखा कह दिंदे आ, हिंदी दे विच भाषा कह दिंदे आ, पंजाबी च इहदे लई वर्ड है भाखा। तो ये साडे कोले असीं वेदां दे बारे थोड़ा जिहा देख लिया। पर नैक्सट असीं अगे क्वेश्चन पिकअप करांगे। 70th, where do we find the mention of ईस्टर्न एंड वैसटर्न सीज फॉर द फर्स्ट टाइम? पहली बार असी ईस्टर्न ते वैसटर्न सीज का सानू जिहड़ा मैंशन है कि कित्थे मिलदा है? आपां लास्ट टाइम ये कीता सीगा। देखो अत्रिया ब्राह्मण जिहड़ा हैगा ये साडे कोले ऋग्वेद दे नाल अटैच्ड है। अत्रिया ब्राह्मण इसे तरह कौशिकी भी ऋग्वेद दे नाल है, कौशिकी। तैतरिया ब्राह्मण जिहड़ा है इस साडे कोले यजुर्वेद दे नाल अटैच्ड है। ते इस तो बाद साडे कोले शतपथ ब्राह्मण एक इहो जिहा ब्राह्मण है जिहड़ा कि साडे कोले ईस्टर्न ते वैसटर्न सी नूं मैंशन करदा है। तैतरिया ते शतपथ ब्राह्मण ने जिहड़े ये यजुर्वेद दे नाल अटैच ने। जिहड़े उपर अपने कोले अत्रिया ते कौशिकी है, ये दोवें ऋग्वेद दे नाल अटैच ने ब्राह्मण्स। विच वर्ना कंप्राइज मेनली द कॉमन मासिस ऑफ द वैदिक पीरियड। देखो ज्यादा पढ़े लिखे भी घट, क्षत्रिय भी घट, शूद्रास भी घट। इहदे च वैश ने। वैश दे विच जिहड़े काफी मेहनती जिवें ट्रेडर आ जांदे आ, फार्मर, सारियां ओबीसी कास्टां तुसीं कह लो अलग अलग, जिवें लोहार, घुमियार, सुनियार, सारे इह विच आ गए। तो ये सारे जिहड़ा सी मैन्युफैक्चरर ते ये ओबीसी कास्टां सारियां, फार्मर ते जिहड़े ट्रेडर्स, ये सारियां जिहड़े सीगे इन्हां च आ जांदे। इन्हां दा काफी वड्डा स्पैक्ट्रम हुंदा सोसाइटी दे विच। शूद्रास जिहड़े सीगे ये इन्हां च नहीं आते। लगदा ये सी कि शूद्रास दे नाल इन्हां दा कंपीटीशन होएगा। द अर्लीएस्ट ट्राइबल असेंबली वाज, अर्लीएस्ट ट्राइबल असेंबली जिहड़ी सी साडे कोले विधाता। इहदे च इस तरह सी जिहड़ियां साडे कोले ट्राइबल असेंबली सीगियां, सभा ते सम्मति जिहड़ी सी ये बड़ियां पॉपुलर ट्राइबल असेंबली सीगियां। ते सभा ते सम्मति नूं प्रजापति दीयां डॉटर्स कहंदे सी। विधाता भी साडे कोले इसे तरह एक असेंबली सी जिस तरह साडे कोले सभा ते सम्मति असेंबली सीगी। नैक्सट साडे कोले क्वेश्चन है गोत्रा। Where does the Gotra occurs for first time? गोत अपनी जिहड़ी इंडियन सोसाइटी सी ये इन ब्रीडिंग दे नाल बहुत रिलेटेड सी ना, इहदे तो बड़ी कॉन्शियस सी।
ਇਨਬਰੀਡਿੰਗ ਇਹ ਹੁੰਦਾ ਹੈ, ਮੁਸਲਿਮਸ ਦੇ ਵਿੱਚ ਇਨਬਰੀਡਿੰਗ ਹੁੰਦੀ ਹੈ, ਉਹ ਆਪਣੇ ਚਾਚੇ ਦੀ ਸਿਸਟਰ ਮਤਲਬ ਕਿ ਆਪਣੇ ਕਜ਼ਨਸ ਨਾਲ ਉਹਨਾਂ ਦੀਆਂ ਮੈਰਿਜਸ ਹੋ ਜਾਂਦੀਆਂ। ਸਿਰਫ ਰੀਅਲ ਸਿਸਟਰ ਤੇ ਰੀਅਲ ਜਿਹੜੇ ਬ੍ਰਦਰ ਦੀ ਮੈਰਿਜ ਉਹਨਾਂ ਦੇ ਕਲਚਰ 'ਚ ਸੰਭਵ ਨਹੀਂ ਆ। ਆਪਣੇ ਗੋਤਰਾ ਜਿਹੜਾ ਨਾ ਗੋਤ ਹੈ, ਗੋਤ ਦਾ ਕਨਸੈਪਟ ਹੀ ਇਹ ਸੀਗਾ ਕਿ ਇਨਬਰੀਡਿੰਗ ਨਾ ਹੋਵੇ। ਤੋ ਇਨਬਰੀਡਿੰਗ ਦੇ ਨਾਲ ਬਿਮਾਰੀਆਂ ਹੁੰਦੀਆਂ, ਬਿਮਾਰੀਆਂ ਨੂੰ ਡੀਲ ਸਾਡੇ ਕੋਲੇ ਜਿਹੜਾ ਸ਼ਾਸਤਰ ਕਰਦਾ ਹੈ ਉਹ ਅਥਰਵਾ ਵੇਦ ਹੈ। ਤੋ ਇਹਦਾ ਆਨਸਰ ਸਾਡੇ ਕੋਲੇ ਅਥਰਵਾ ਵੇਦ ਆ। ਵਿਚ ਪਾਰਟ ਆਫ ਦਾ ਵੈਦਿਕ ਲਿਟਰੇਚਰ ਨੈਰੇਟਸ ਅਬਾਊਟ ਪੈਸੇजेस ਆਫ ਹਿਊਮਨ ਸੋਲ ਫਰੋਮ ਲਾਈਫ ਟੂ ਲਾਈਫ। ਇਹ ਕਹਿ ਦਿੰਦੇ ਆ ਕਿ ਜਿਹੜੀ ਆਤਮਾ ਹੈ ਇੱਕ ਜੀਵਨ ਤੋਂ ਦੂਜੇ ਜੀਵਨ ਵੱਲ ਚਲੇ ਜਾਂਦੀ ਹੈ। ਜਿਵੇਂ ਆਦਮੀ ਹੈ ਉਹ ਕਦੇ ਮਤਲਬ ਕਿ ਹਿਊਮਨ ਫਾਰਮ 'ਚ ਆ, ਕਦੇ ਕਿਸੇ ਐਨੀਮਲ ਫਾਰਮ 'ਚ ਆ ਜਾਏਗੀ, ਫਿਰ ਉਹ ਸੋਲ ਐਨੀਮਲ 'ਚ ਟ੍ਰਾਂਸਫਰ ਹੋ ਜਾਏਗੀ। ਆਤਮਾ ਦਾ ਜਿਹੜਾ ਕਨਸੈਪਟ ਹੈ ਇਹ ਸਾਡੇ ਕੋਲੇ ਉਪਨਿਸ਼ਦਾਂ ਦੇ ਵਿੱਚ ਹੈ। ਬ੍ਰਾਹਮਣਸ ਵੇਦਾਂ ਦੇ ਉੱਤੇ ਕਮੈਂਟਰੀ ਹੈ, ਇਸ ਕਰਕੇ ਨਹੀਂ ਹੈ। ਅਰਿਅੰਕਾ ਫੋਰੈਸਟ ਬੁੱਕਸ ਹੈ, ਰਿਸ਼ੀਆਂ ਨੂੰ ਜੰਗਲ 'ਚ ਰਹਿਣ ਲਈ ਕਿਹੜੀ ਜੜੀ ਬੂਟੀ ਕਿਵੇਂ ਰਹਿਣਾ ਉਹਦੇ ਬਾਰੇ ਹੈ। ਸਮਹਿਤਾ ਇਹ ਕਹਾਣੀਆਂ ਨੇ। ਸਮਹਿਤਾ ਉਪਨਿਸ਼ਦ ਹੈ ਜਿਹੜਾ ਇਹ ਫਿਲਾਸਫੀ ਨੂੰ ਡੀਲ ਕਰਦਾ ਹੈ। ਜਿਹੜਾ ਆਤਮਾ ਦਾ ਕਨਸੈਪਟ ਹੈ ਇਹ ਸਾਡੇ ਕੋਲੇ ਫਿਲਾਸਫੀ ਦੇ ਨਾਲ ਲਿੰਕਡ ਹੈ। ਤੋ ਆਤਮਾ ਦੇ ਕਨਸੈਪਟ ਨੂੰ, ਸੋਲ ਦੇ ਕਨਸੈਪਟ ਨੂੰ ਉਪਨਿਸ਼ਦ ਵੀ ਡੀਲ ਕਰਦੇ ਨੇ ਤੇ ਉਪਨਿਸ਼ਦਾਂ ਦੇ ਨਾਲ ਸਾਡੇ ਕੋਲੇ ਭਗਵਤ ਗੀਤਾ ਵੀ ਇਹਨੂੰ ਡੀਲ ਕਰਦੀ ਆ। ਉਸ ਤੋਂ ਬਾਅਦ ਸੇਮ ਕਾਈਂਡ ਆਫ ਟ੍ਰਾਂਸਫਰ ਆਫ ਸੋਲ ਦੀ ਗੱਲ ਜਿਹੜੀ ਸਿੱਖ ਰਿਲੀਜਨ 'ਚ ਵੀ ਕੀਤੀ ਜਾਂਦੀ ਆ। ਉਹ ਵੀ ਕਹਿ ਦਿੰਦੇ ਆ ਕਿ ਜਿਹੜਾ 10 ਗੁਰੂਆਂ ਸੀ ਇਹਨਾਂ 'ਚ ਸੇਮ ਜੋਤ ਸੀ। ਜੋਤ ਸ਼ਬਦ ਵਰਤਦੇ ਆ। ਜੋਤ ਨੂੰ ਆਪਾਂ ਸਪਿਰਿਟ ਵੀ ਕਹਿ ਸਕਦੇ ਆ, ਸਿਮਿਲਰ ਸਪਿਰਿਟ ਸੀ। ਤੇ ਉਹ ਕਹਿੰਦੇ ਸੀ ਕਿ ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰਗੱਦੀ ਅੰਗਦ ਦੇਵ ਜੀ ਨੂੰ ਦਿੱਤੀ ਤਾਂ ਉਹਨਾਂ ਨੇ ਗੁਰਗੱਦੀ ਦੇਣ ਤੋਂ ਬਾਅਦ ਆਪ ਮਤਲਬ ਕਿ ਨੀਵੀਂ ਥਾਂ ਤੇ ਬਹਿ ਕੇ ਆਪ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਦੇ ਪੈਰੀਂ ਹੱਥ ਲਾਇਆ ਵੀ ਹੁਣ ਜਿਹੜੀ ਜੋਤ ਹੈ ਉਹ ਗੁਰੂ ਅੰਗਦ ਦੇਵ ਜੀ ਦੇ ਵਿੱਚ ਟ੍ਰਾਂਸਫਰ ਹੋ ਗਈ। ਇਸ ਤਰ੍ਹਾਂ ਦੇ ਵਿਸ਼ਵਾਸ ਸੀ। ਤਾਂ ਹਿਊਮਨ ਸੋਲ ਦਾ ਕਨਸੈਪਟ ਉਪਨਿਸ਼ਦਾਂ ਚੋਂ ਨਿਕਲਿਆ। ਹਿੰਦੁਸਤਾਨ ਦੇ ਸਾਰੇ ਧਰਮਾਂ ਦੇ ਵਿੱਚ ਇਹ ਹੈਗਾ। ਹਾਂਜੀ, ਜਿਹੜਾ ਉਹ ਗੋਤਰਾ ਵਾਲਾ ਕੁਐਸਚਨ ਸੀਗਾ, ਹਾਂਜੀ ਸਰ ਉਹਦਾ ਆਨਸਰ ਰਿਗਵੇਦ ਨਹੀਂ ਆਇਆ ਸ਼ਾਇਦ। ਆਪਾਂ ਇਹਨੂੰ ਕ੍ਰਾਸ ਚੈੱਕ ਕਰ ਲਾਂਗੇ। ਤੋ ਅਥਰਵਾ ਵੇਦ ਰਿਗ ਮੈਨੂੰ ਵੀ ਇਹਦੇ ਚ, ਕਿਉਂਕਿ ਰਿਗਵੇਦ ਦੇ ਜਿਹੜੇ ਮੰਤਰ ਹੈ ਇਹਨੂੰ ਆਪਾਂ ਕਿਤੋਂ ਹੋਰ ਮਤਲਬ ਕ੍ਰਾਸ ਚੈੱਕ ਕਰ ਲਾਂਗੇ 73rd ਨੂੰ। ਹੁਣ ਸਾਡੇ ਕੋਲੇ 75th ਸੋਸ਼ਲ ਰਿਚੁਅਲਸ ਐਂਡ ਸੰਸਕਾਰਸ 16 ਸੰਸਕਾਰ ਹੁੰਦੇ ਆ। ਸੰਸਕਾਰਸ ਦੇ ਆਰ ਮੈਂਸ਼ਨਡ ਇਨ, ਸੰਸਕਾਰ ਨੇ ਜਿਹੜੇ ਇਹ ਸਾਡੇ ਕੋਲੇ ਗ੍ਰਿਹਾ ਸੂਤਰਾ ਚ ਮੈਂਸ਼ਨ ਹੈ। ਧਰਮਾ ਸੂਤਰਾ ਚ ਮੈਂ ਕੱਲ ਵੀ ਤੁਹਾਨੂੰ ਲਿਖਿਆ ਸੀਗਾ ਕਿ ਸਾਡੇ ਕੋਲੇ ਸੋਸ਼ਲ ਡਿਊਟੀਜ਼ ਹੋ ਸਕਦੇ, ਸੋਸ਼ਲ ਡਿਊਟੀਜ਼ ਹੋ ਸਕਦੀਆਂ। ਨੈਕਸਟ ਸਾਡੇ ਕੋਲੇ ਨੇਮ ਦਾ ਸੇਜ ਹੂ ਇਜ਼ ਬਲੀਵਡ ਟੂ ਹੈਵ, ਸ੍ਰਾਂਤਾ ਸੂਤਰਾ ਆਪਾਂ ਦੇਖ ਹੀ ਚੁੱਕੇ ਪਹਿਲਾਂ, ਵੈਦਿਕ ਰਿਚੁਅਲਸ ਨੂੰ ਡੀਲ ਕਰਦਾ ਹੈ। ਲਾਰਜ ਵੈਦਿਕ ਰਿਚੁਅਲਸ ਨੂੰ ਡੀਲ ਕਰਦਾ ਹੈ। ਨੇਮ ਦਾ ਸੇਜ ਹੂ ਇਜ਼ ਬਲੀਵਡ ਟੂ ਹੈਵ ਆਰੀਅਨਾਈਜ਼ਡ ਸਾਊਥ ਇੰਡੀਆ, ਮਹਾਰਿਸ਼ੀ ਅਗਸਤ। ਜਿਹੜੀ ਸੰਗਮ ਏਜ 1 ਸੀ, ਸੰਗਮ ਏਜ 2 ਸੀ, ਉਹ ਮਹਾਰਿਸ਼ੀ ਅਗਸਤ ਨੇ ਸਾਰਾ ਕੁਝ ਕੀਤਾ ਸੀ ਤੇ ਸੰਗਮ ਏਜ 3 ਇਹਨਾਂ ਦਾ ਹੀ ਸਟੂਡੈਂਟ ਸੀਗਾ, ਉਹਨੇ ਸੰਗਮ ਏਜ 3। ਸੰਗਮ ਏਜ 1 2 ਦਾ ਮਤਲਬ ਇਹ ਹੈ ਅਸੈਂਬਲੀ ਨੰਬਰ 1, ਪਹਿਲੀ ਅਸੈਂਬਲੀ, ਪਹਿਲਾ ਸੰਗਮ, ਪਹਿਲੀ ਜਿਵੇਂ ਆਪਾਂ ਕਹਿੰਦੇ ਨੇ ਅਸੈਂਬਲੀ ਜਾਂ ਮੀਟਿੰਗ, ਉਸ ਤੋਂ ਬਾਅਦ ਦੂਜੀ ਵੱਡੀ ਮੀਟਿੰਗ ਤੇ ਤੀਜੀ ਵੱਡੀ ਮੀਟਿੰਗ। ਪਹਿਲੀਆਂ 2 ਮੀਟਿੰਗਾਂ ਦੇ ਜਿਹੜੇ ਕਰਤਾ ਧਰਤਾ ਮਹਾਰਿਸ਼ੀ ਅਗਸਤ ਸੀਗੇ। ਤਾਂ ਨੈਕਸਟ ਜਿਹੜਾ ਹੈ ਸਾਡੇ ਕੋਲੇ ਦ 4-fold ਡਿਵੀਜ਼ਨ ਆਫ ਸੋਸਾਇਟੀ। ਦ 4-fold ਡਿਵੀਜ਼ਨ ਆਫ ਸੋਸਾਇਟੀ ਜਿਹੜੀ ਸਾਡੇ ਕੋਲ ਹੈ ਉਹ ਪੁਰਸ਼ਾ ਸ਼ੁਕਤਾ ਦਾ ਕਨਸੈਪਟ ਹੈ ਰਿਗਵੇਦ ਦੇ ਵਿੱਚ। ਰਿਗਵੇਦ ਦੇ ਵਿੱਚ ਸਾਡੇ ਕੋਲੇ ਪੁਰਸ਼ਾ ਸ਼ੁਕਤਾ ਦਾ ਕਨਸੈਪਟ ਹੈ ਤੇ ਇਹ ਜਿਹੜਾ ਪੁਰਸ਼ਾ ਸ਼ੁਕਤਾ ਦਾ ਕਨਸੈਪਟ ਹੈ ਉਹ ਇਸੇ ਨੂੰ ਡੀਲ ਕਰਦਾ ਹੈ। ਉਹਦੇ ਵਿੱਚ ਸਪੈਸੀਫਿਕਲੀ ਸਾਡੇ ਕੋਲੇ ਇਸ ਤਰ੍ਹਾਂ ਆਉਂਦਾ ਹੈ ਕਿ ਜਿਹੜਾ ਸਾਡੇ ਕੋਲੇ ਇੱਕ ਕਾਸਮਿਕ ਮੈਨ ਸੀ, ਪੁਰਸ਼ਾ ਸ਼ੁਕਤਾ ਬਹੁਤ ਵੱਡਾ ਬੰਦਾ ਜਾਂ ਕਾਸਮਿਕ ਮੈਨ ਸੀ, ਉਹਦਾ ਜਿਹੜਾ ਮੁੱਖ ਸੀਗਾ ਉਹਦੇ ਚੋਂ ਬ੍ਰਾਹਮਿਨਸ ਨਿਕਲੇ, ਉਹਦੇ ਜਿਹੜੇ ਬਾਵਾ ਸੀ ਉਹਨਾਂ ਚੋਂ ਕਸ਼ਤਰੀਆ ਵਾਰੀਅਰ ਕਮਿਊਨਿਟੀ, ਜਿਹੜੇ ਉਹਦੇ ਪੱਟ ਸੀ ਉਹਨਾਂ ਦੇ ਵਿੱਚੋਂ ਵੈਸ਼ ਕਮਿਊਨਿਟੀ ਮਿਲੀ, ਹਾਰਡ ਵਰਕਿੰਗ ਹੈ ਇਹ। ਇਸ ਤੋਂ ਬਾਅਦ ਇਹਨਾਂ ਉੱਪਰਲੇ ਜਿਹੜੇ ਉਹਦੇ ਚਰਨ ਸੀ, ਪੈਰ ਸੀ, ਉਹਨਾਂ ਤੋਂ ਸ਼ੂਦਰਾਸ ਨਿਕਲਿਆ। ਜਿਸ ਤਰ੍ਹਾਂ ਪੈਰ ਸਾਰੇ ਸਰੀਰ ਦਾ ਭਾਰ ਸੰਭਾਲਦੇ ਆ ਤੇ ਸਾਰੇ ਸਰੀਰ ਨੂੰ ਕੈਰੀ ਕਰਦੇ, ਇਸ ਤਰ੍ਹਾਂ ਸ਼ੂਦਰਾ ਉੱਪਰਲੇ 3 ਵਰਨਾਂ ਦੀ ਸੇਵਾ ਕਰਦੇ ਆ। ਵਿਚ ਇਜ਼ ਦ ਮੋਸਟ ਐਕਸੈਪਟਡ ਡੇਟ ਆਫ ਕੰਪੋਜੀਸ਼ਨ ਆਫ ਰਿਗਵੇਦਾ। ਤੋ ਰਿਗਵੇਦਾ ਦੇ ਜਿਹੜੇ ਕੰਪੋਜੀਸ਼ਨ ਦੀ ਜਿਹੜੀ ਮੋਸਟ ਐਕਸੈਪਟਡ ਡੇਟ ਹੈ ਸਾਡੇ ਕੋਲੇ ਉਹ 1500 BC ਤੋਂ 1000 BC ਹੈ। ਇਹ ਯਾਦ ਰੱਖ ਲੈਣਾ। 1000 BC ਦੇ ਰਾਉਂਡ ਜਿਹੜਾ ਆਪਣੇ ਕਹਿੰਦੇ ਆ ਕਿ ਆਇਰਨ ਜਿਹੜਾ ਸੀਗਾ ਇਹਦੀ ਜਿਹੜੀ ਵਰਤੋਂ ਹੋਣੀ ਸ਼ੁਰੂ ਹੋ ਗਈ ਸੀ, ਆਇਰਨ ਦੀ ਵਰਤੋਂ। ਵਿਚ ਆਫ ਦ ਫੋਲੋਇੰਗ was not a result of Aryan invasion? तो 79th क्वेश्चन है
79th, which one of the following is not a result of Aryan invasion? Emergence of predominantly agrarian economy, emergence of caste system based on specialization in a particular craft or branch of knowledge. ਕਹਿੰਦਾ ਕਾਸਟ ਸਿਸਟਮ ਤੁਹਾਡੇ ਗਿਆਨ ਦੇ ਆਧਾਰ ਦੇ ਉੱਤੇ, ਇਹ ਥੋੜਾ ਜਿਹਾ ਆਡ ਲੱਗਦਾ ਕਿਉਂਕਿ ਦੇਖੋ ਆਰੀਅਨਸ ਜਿਹੜੇ ਸੀਗੇ, ਆਰੀਅਨਸ ਤੋਂ ਪਹਿਲਾਂ ਇੰਡਸ ਵੈਲੀ ਸਿਵਲਾਈਜੇਸ਼ਨ ਸੀ ਜਿਹੜੀ ਅਰਬਨ ਸੀ ਇੰਡਸ ਵੈਲੀ ਸਿਵਲਾਈਜੇਸ਼ਨ ਪ੍ਰੀਡੋਮੀਨੈਂਟਲੀ। ਆਰੀਅਨਸ ਜਿਹੜੇ ਸੀ ਇਹ ਜਾਂ ਤਾਂ ਪੈਸਟਰਲ ਸੀ, ਮਤਲਬ ਕਿ ਡੇਰੀ ਫਾਰਮਿੰਗ ਕਰਦੇ ਸੀ, ਐਗਰੀਕਲਚਰ ਇਹਦੇ ਨਾਲ ਅਲਾਈਡ ਐਗਰੀਕਲਚਰ ਪ੍ਰੈਕਟਾਈਜ਼ ਕਰਦੇ ਸੀ। ਡੇਰੀ ਫਾਰਮਿੰਗ ਜਾਂ ਪੈਸਟਰਲਿਜ਼ਮ ਦੇ ਨਾਲ ਅਲਾਈਡ ਐਕਟੀਵਿਟੀ ਸ਼ੁਰੂ ਦੇ ਵਿੱਚ ਐਗਰੀਕਲਚਰ ਸੀ। ਇਹਦਾ ਜਦੋਂ ਬਾਅਦ ਦੇ ਵਿੱਚ ਸਮਾਂ ਚੇਂਜ ਹੋਇਆ ਉਦੋਂ ਕਾਫੀ ਚੇਂਜਸ ਆਈਆਂ। ਓਪਨਿੰਗ ਆਫ ਨਿਊ ਜੋਗ੍ਰਾਫਿਕ ਏਰੀਆਜ਼, ਇਹ ਵੀ ਕੋਈ ਐਡਾ ਨਹੀਂ ਲੱਗਾ। ਡਿਸਕਵਰੀ ਆਫ ਰਿਚ ਆਇਰਨ ਡਿਪੋਜ਼ਿਟਸ ਇਨ ਮਗਧ, ਮਗਧ ਦੇ ਵਿੱਚ, ਮਗਧ ਬਿਹਾਰ ਆ ਜਾਂਦਾ, ਬਿਹਾਰ 'ਚ ਲੋਹਾ ਬੜਾ ਮਿਲਿਆ। ਲੀਡਿੰਗ ਟੂ ਗ੍ਰੇਟ ਇੰਪਰੂਵਮੈਂਟ ਇਨ ਟੈਕਨੋਲੋਜੀ, ਇਹ ਹੈ ਤਾਂ ਠੀਕ ਹੈ ਪਰ ਇਹ ਆਰੀਅਨ ਦੀ ਲੇਟਰ ਵੈਦਿਕ ਏਜ ਹੈ। ਮਹਾਜਨਪਦਾਸ ਬਣੀ ਤਾਂ ਸੀ ਆਰੀਅਨਸ ਤੋਂ। ਲੇਟਰ ਵੈਦਿਕ ਏਜ, ਟੈਕਨੋਲੋਜੀ, ਐਗਰੀਕਲਚਰ ਇੰਪਰੂਵ ਕਰ ਗਿਆ, ਟ੍ਰੇਡ ਇੰਪਰੂਵ ਕਰ ਗਿਆ, ਸੈਟਲ ਲਾਈਫ ਹੋ ਗਈ ਤੇ ਪ੍ਰੋਕ੍ਰੀਏਸ਼ਨ ਜ਼ਿਆਦਾ ਹੋਣ ਲੱਗ ਗਈ, ਪੋਪੂਲੇਸ਼ਨ ਵੱਧ ਗਈ, ਛੋਟੇ ਛੋਟੇ ਜਿਹੜੇ ਰਾਜੇ ਸੀ ਉਹ ਮਹਾਜਨ ਬਣ ਗਏ, ਵੱਡੇ ਬਣ ਗਏ। ਤੋ ਇਹਦੇ ਵਿੱਚ ਸਾਡੇ ਕੋਲੇ 79th ਦੇ ਵਿੱਚ ਜੇ ਅਸੀਂ ਉਹਨੂੰ ਲੌਜੀਕਲੀ ਦੇਖਣਾ ਹੋਵੇ, ਕਾਸਟ ਸਿਸਟਮ ਐਮਰਜ ਹੋਇਆ ਆਰੀਅਨ ਇਨਵੇਜਨ ਤੋਂ ਬਹੁਤ ਸਮਾਂ ਬਾਅਦ, ਪਰ ਉਹ ਜਿਹੜਾ ਸੀਗਾ ਉਹਦੇ ਸਪੈਸ਼ਲਾਈਜੇਸ਼ਨ ਆਧਾਰ ਨਹੀਂ ਸੀ ਉਹਦਾ। ਵਰਨ ਸਿਸਟਮ ਸੀ ਸਾਡੇ ਕੋਲੇ, ਉਹ ਬਾਅਦ ਚ ਕਾਸਟ ਸਿਸਟਮ ਚ ਕਨਵਰਟ ਹੋ ਗਿਆ। ਤੋ ਇਸ ਕਰਕੇ ਬੀ ਹੈ ਜਿਹੜਾ, this is not the result of Aryan invasion. Caste system ਜ਼ਰੂਰ ਡਿਵੈਲਪ ਹੋਇਆ but that was not the ਮਤਲਬ ਕਿ on the basis of your knowledge. Identify the wrong statement. ਹਾਂਜੀ ਹਾਂਜੀ ਸਰ ਵੈਸੇ ਜਿਹੜੀ ਸੀ ਆਪਸ਼ਨ ਵੀ ਕਰੈਕਟ ਹੈ ਨਾ। ਓਪਨਿੰਗ ਨਿਊ ਜੋਗ੍ਰਾਫਿਕਲ ਏਰੀਆਜ਼, ਇਹ ਤੁਸੀਂ ਬਿਲਕੁਲ ਇਹ ਕਹਿ ਸਕਦੇ ਹੋ ਸਰ, ਉਹ ਕਿਉਂਕਿ ਮਤਲਬ ਜੰਗਲ ਵਗੈਰਾ ਕਲੀਅਰ ਕਰਕੇ ਈਸਟ ਵੱਲ ਨੂੰ ਤੁਰ ਪਏ ਸੀਗੇ। ਇਹ ਸਾਡੇ ਕੋਲੇ ਲੇਟਰ ਵੈਦਿਕ ਏਜ ਹੈ। ਦੇਖੋ ਆਰੀਅਨਸ ਦੀ ਇਨਵੇਸ਼ਨ ਦੀ ਗੱਲ ਕਰ ਰਿਹਾ, ਤਾਂ ਆਰੀਅਨ ਦੀ ਇਨਵੇਸ਼ਨ ਹੈ ਜਿਹੜੀ ਉਹ ਜੇ ਅਸੀਂ 2000 BC ਦੇ ਕੋਲ ਰੱਖ ਲੈਂਦੇ ਆ, ਜਿਹੜੀ ਸਾਡੇ ਕੋਲੇ ਆਇਰਨ ਵਾਲਾ ਪੀਰੀਅਡ ਉਹਦੇ ਤੋਂ ਕਾਫੀ ਜ਼ਿਆਦਾ ਬਾਅਦ ਚ ਆ ਜਾਂਦਾ ਤੇ ਅਸੀਂ ਆਰੀਅਨ ਦੀ ਇਨਵੇਸ਼ਨ ਦੇ ਜਿਹੜੇ ਇਫੈਕਟ ਹੈ ਲੌਜੀਕਲੀ ਜਿਹੜੇ ਰਿਗ ਵੈਦਿਕ ਏਜ ਹੈ ਜਾਂ ਅਰਲੀ ਵੈਦਿਕ ਏਜ ਨੂੰ ਤਾਂ ਮੰਨ ਸਕਦੇ ਆ, ਇਹ ਉਹਦੇ ਤੋਂ ਬਹੁਤ ਜ਼ਿਆਦਾ 1000 ਸਾਲ ਦਾ ਬੜਾ ਵੱਡਾ ਗੈਪ ਹੁੰਦਾ। ਇਸ ਕਰਕੇ ਜਿਹੜੇ ਜੋਗ੍ਰਾਫਿਕਲ ਏਰੀਆਜ਼, ਖਾਸ ਕਰਕੇ ਮਹਾਭਾਰਤ ਦਾ ਇੱਕ ਇਨਸੀਡੈਂਟ ਹੈ ਜਦੋਂ ਖਾਂਡਵ ਪ੍ਰਸਥ ਦੇਤਾ, ਇਹ ਤਾਂ ਸਪੈਲਿੰਗ ਗਲਤ ਹੋ ਗਿਆ, ਖਾਂਡਵ ਪ੍ਰਸਥ, ਖੰਡਰ ਜਿਹਨੂੰ ਪੰਜਾਬੀ ਚ ਆਪਾਂ ਕਹਿ ਦਿੰਦੇ ਆ, ਖਾਂਡਵ ਪ੍ਰਸਥ ਕੌਰਵਾਂ ਨੇ ਜਦੋਂ ਵੰਡ ਹੋਈ ਕੌਰਵਾਂ ਤੇ ਪਾਂਡਵਾਂ ਦੇ ਵਿਚਕਾਰ, ਪਹਿਲੀ ਗੱਲ ਉਹਨਾਂ ਨੂੰ ਖਾਂਡਵ ਪ੍ਰਸਥ ਦੇਤਾ। ਖਾਂਡਵ ਪ੍ਰਸਥ ਨੂੰ ਉਹਨਾਂ ਨੇ ਕਲੀਅਰ ਕੀਤਾ, ਅਰਜੁਨ ਨੇ ਤੇ ਭੀਮ ਨੇ। ਉਹ ਜਿਹੜਾ ਐਡੀ ਵੱਡੀ ਲੈਂਡ ਨੂੰ ਉਹ ਕਲੀਅਰ ਕਰ ਪਾਏ, ਉੱਥੇ ਇਹ ਮੰਨਿਆ, ਆਪਾਂ ਮੰਨ ਸਕਦੇ ਹਾਂ, ਫੇਬਲਸ ਦੇ ਪਿੱਛੇ ਨਾ ਜਾਓ, ਆਇਰਨ ਉੱਥੇ ਉਹਨਾਂ ਨੇ ਲੋਹੇ ਦਾ ਇਸਤੇਮਾਲ ਹੋਇਆ, ਜਾਂ ਉਸ ਪੀਰੀਅਡ ਦੇ ਵਿੱਚ ਜਿਹੜੇ ਜੰਗਲ ਕਲੀਅਰ ਕੀਤੇ ਗਏ। ਤੇ ਇਹ ਮਹਾਭਾਰਤ ਨੂੰ ਅਸੀਂ 1000 BC ਦੇ ਆਸ-ਪਾਸ ਪਲੇਸ ਕਰਦੇ ਹਾਂ, 1000 BC ਦੇ ਆਸ-ਪਾਸ। ਤੇ ਉੱਥੇ ਓਪਨਿੰਗ ਆਫ ਨਿਊ ਜੋਗ੍ਰਾਫਿਕਲ ਏਰੀਆਜ਼ ਹੈ ਜਿਹੜਾ, ਇਹਨੂੰ ਅਸੀਂ ਲੇਟਰ ਵੈਦਿਕ ਏਜ ਨਾਲ ਜੋੜ ਸਕਦੇ ਹਾਂ। ਲੇਟਰ ਵੈਦਿਕ ਏਜ ਜਿਹੜਾ ਤੁਸੀਂ ਉੱਤੇ ਰਿਗਵੇਦ ਵਾਲਾ ਕਿਹਾ ਨਾ, ਉਹ ਮੈਨੂੰ ਵੀ ਥੋੜਾ ਅਥਰਵਾ ਵੇਦ ਦੇ ਵਿੱਚ ਅਪੀਲ ਨਹੀਂ ਕਰਦਾ, ਅਥਰਵਾ ਵੇਦ ਤੋਂ ਅਪੀਲ ਨਹੀਂ ਕਰਦਾ। ਉਹ ਆਪਾਂ ਨੂੰ ਜਿਹੜੀ ਉਹਦੀ ਮਤਲਬ ਕਿ ਕ੍ਰਾਸ ਚੈਕਿੰਗ ਕਰਾਂਗੇ, ਕਿਉਂਕਿ ਜਦੋਂ ਇਹਦੇ ਰਿਗਵੇਦ ਦੇ ਮੰਤਰ ਆਉਂਦੇ ਆ ਨਾ, ਸਭ ਤੋਂ ਪਹਿਲਾਂ ਉਹਦੇ ਚ ਗੋਤਰ ਤਾਂ ਆਉਂਦਾ ਹੀ ਆਉਂਦਾ ਹੈ। ਨੈਕਸਟ ਕੁਐਸਚਨ, ਆਇਡੈਂਟੀਫਾਈ ਦਾ ਰੋਂਗ ਸਟੇਟਮੈਂਟ ਅਬਾਊਟ ਦਾ ਕਨਸੈਪਟ ਆਫ ਕਿੰਗਸ਼ਿਪ ਇਨ ਲੇਟਰ ਵੈਦਿਕ ਪੀਰੀਅਡ। ਲੇਟਰ ਵੈਦਿਕ ਪੀਰੀਅਡ ਦੇ ਵਿੱਚ ਕਿੰਗਸ਼ਿਪ ਦੇ ਬਾਰੇ ਜਿਹੜਾ ਰੋਂਗ ਕਨਸੈਪਟ ਸੀਗਾ, ਦ ਕਿੰਗ ਵਾਸ ਟੂ ਬੀ ਏ ਕਸ਼ਤਰੀਆ। A glamour was created around the king, and in the rituals he sometimes also represented as God. ਪਰਮਾਤਮਾ ਦੇ ਤੌਰ ਤੇ ਵੀ ਉਹਨੂੰ ਰਿਪਰੈਜ਼ੈਂਟ ਕੀਤਾ ਜਾਂਦਾ ਸੀ। ਇਹ ਤਾਂ ਠੀਕ ਹੈ। ਡਿਵਾਈਨ ਥਿਊਰੀ ਆਫ ਕਿੰਗਸ਼ਿਪ ਹੈਰੀਡਿਟਰੀ ਬਣ ਗਈ, ਇਹ ਵੀ ਕੁਝ ਹੱਦ ਤੱਕ ਠੀਕ ਹੈ, ਸਿਰਫ ਇੱਕ ਦੋ ਥਾਂ ਤੇ ਨਹੀਂ ਸੀਗੀ। ਦ ਕਲਾਸ ਅਲਾਇੰਸ ਡਿਵੈਲਪਡ ਬਿਟਵੀਨ ਪ੍ਰੀਸਟ ਐਂਡ ਵਾਰੀਅਰਸ, ਇਹ ਹੋਈ ਆ ਇਸੇ ਕਰਕੇ ਜੈਨ ਧਰਮ ਤੇ ਉਹ ਡਿਵੈਲਪ ਹੋਈ ਆ। ਲੇਟਰ ਵੈਦਿਕ ਏਜ ਨੇ ਲਿਖਿਆ। ਜੇ ਇੱਥੇ ਲੇਟਰ ਨਾ ਹੁੰਦਾ ਤਾਂ ਹੇਠਲੀ ਆਪਸ਼ਨ ਗਲਤ ਸੀ, ਜੇ ਇੱਥੇ ਨੇ ਲੇਟਰ ਨਾ ਪਾਇਆ ਹੁੰਦਾ, ਕਿਉਂਕਿ 500 BC ਦੇ ਕੋਲ ਟ੍ਰੇਡਿੰਗ ਕਲਾਸ, ਜੇ ਆਪਾਂ ਮਹਾਤਮਾ ਬੁੱਧ ਦਾ ਬਰਥ ਹੈ ਜਿਹੜਾ 480 BC ਜਾਂ ਇਹ BC ਦੇ ਕੋਲ ਆਉਂਦਾ ਹੈ, ਤਾਂ ਅਸੀਂ ਉਹਦੇ ਵਿੱਚ ਇੱਕ ਚੀਜ਼ ਇਹਦੇ ਵਿੱਚ ਬੜੀ ਇੰਪੋਰਟੈਂਟ ਅਸੀਂ ਗੱਲ ਕਹਿ ਸਕਦੇ ਹਾਂ, 563 BC ਦੇ ਵਿੱਚ ਮਹਾਤਮਾ ਬੁੱਧ ਦਾ ਬਰਥ ਹੁੰਦਾ ਹੈ। ਮਹਾਤਮਾ ਬੁੱਧ ਦਾ ਬਰਥ ਹੀ ਤਾਂ ਹੋਇਆ ਜਦੋਂ ਸਾਡੇ ਕੋਲੇ ਆਇਰਨ ਆ ਗਿਆ, 500 ਸਾਲ ਡਿਵੈਲਪਮੈਂਟ ਹੋਈ, ਵੈਸ਼ ਕਮਿਊਨਿਟੀ ਬੜੀ ਪਾਵਰਫੁਲ ਹੋ ਗਈ, ਖਾਸ ਕਰਕੇ ਟ੍ਰੇਡਰਸ।
ਉਹ ਵੈਸ਼ ਕਮਿਊਨਿਟੀ ਫਿਰ ਇੱਕ ਇਹੋ ਜਿਹਾ ਸਿਸਟਮ ਲੱਭਣਾ ਚਾਹੁੰਦੀ ਸੀ ਜਿਹਦੇ ਵਿੱਚ ਉਹਨਾਂ ਕੋਲੇ ਪੈਸਾ ਤਾਂ ਆ ਗਿਆ, ਪਰ ਜੋ ਹਿੰਦੂ ਸਮਾਜ ਸੀ ਉਹਦੇ ਵਿੱਚ ਵੈਸ਼ ਕਮਿਊਨਿਟੀ ਦਾ ਸਟੇਟਸ ਨਹੀਂ ਸੀ। ਸਟੇਟਸ ਬ੍ਰਾਹਮਣ ਤੇ ਕਸ਼ਤਰੀਆ ਦਾ ਹੀ ਸੀਗਾ। ਫਿਰ ਉਹਨਾਂ ਨੇ ਇੱਕ ਇਹੋ ਜਿਹੇ ਧਰਮ ਨੂੰ ਸਪੋਰਟ ਕਰਤਾ ਜਿਹੜਾ ਬ੍ਰਾਹਮਣ ਤੇ ਕਸ਼ਤਰੀਆ ਦੀ ਡੋਮੀਨੈਂਸ ਨੂੰ, ਰਿਲੀਜੀਅਸ ਡੋਮੀਨੈਂਸ ਨੂੰ ਬ੍ਰੇਕ ਕਰੇ। ਇਸੇ ਕਰਕੇ ਸਾਡੇ ਕੋਲ ਫਿਰ ਜੈਨ ਮਤ ਤੇ ਬੁੱਧ ਮਤ ਜਿਹੜੇ ਸੀ ਉਹਨਾਂ ਨੂੰ ਫਾਈਨੈਂਸ਼ੀਅਲ ਸਪੋਰਟ ਇਹਨਾਂ ਤੋਂ ਹੀ ਆਈ ਜ਼ਿਆਦਾਤਰ। ਲਓ, ਤਾਂ ਕਲਾਸ ਅਲਾਈਅੰਸ ਦਾ ਵੀ ਕਨਸੈਪਟ ਸਾਡੇ ਕੋਲੇ ਲੇਟਰ ਵੈਦਿਕ ਏਜ 'ਚ ਟਰੂ ਹੈ। ਦ ਕਿੰਗ ਵਾਸ ਟੂ ਬੀ ਕਸ਼ਤਰੀਆ, ਨਾਨ ਕਸ਼ਤਰੀਆ ਮਹਾਜਨਪਦ ਆ ਸਾਡੇ ਕੋਲੇ। ਦ ਕਿੰਗ ਵਾਸ ਟੂ ਬੀ ਕਸ਼ਤਰੀਆ, ਇਹ ਥੋੜਾ ਜਿਹਾ ਅੰਡਰ, ਜਿਵੇਂ ਆਪਾਂ ਕਹਿ ਦਿੰਦੇ ਆ ਕਿ ਕੁਐਸਚਨ ਆ ਸਕਦਾ, ਪਰ ਮੈਂ ਇਹ ਆਪਸ਼ਨ ਥੋੜੀ ਜਿਹੀ ਕਮਜ਼ੋਰ ਲੱਗਦੀ ਹੈ, ਲੈਸ ਕਰੈਕਟ ਮਤਲਬ ਕਿ ਲੱਗਦੀ ਹੈ। ਵੈਸੇ ਤਾਂ ਜੇ ਅਸੀਂ ਮਹਾਤਮਾ ਬੁੱਧ ਵੀ ਦੇਖੀਏ, ਹੀ ਵਾਸ ਆਫ ਸਾਕਿਆ ਕਸ਼ਤਰੀਆ ਕਲੈਨ, ਕਿਉਂਕਿ ਇਹ ਵੀ ਰਾਜਾ ਦਾ ਪੁੱਤ ਹੀ ਸੀਗਾ। ਉਸ ਤੋਂ ਬਾਅਦ ਜੇ ਅਸੀਂ ਮਹਾਵੀਰ ਜੈਨ ਦੇਖੀਏ ਤਾਂ ਇਹ ਵੀ ਉਹਨਾਂ ਤੋਂ ਹੀ ਆ ਜਾਂਦਾ, ਲਿਛੈਵੀ ਪ੍ਰਿੰਸੈਸ, ਹੀ ਵਾਸ ਜਾਂਤਰਿਕਾ ਟ੍ਰਾਈਬ ਆਫ ਕਸ਼ਤਰੀਆ। ਦੇਖੋ, ਦ ਕਿੰਗ ਵਾਸ ਟੂ ਬੀ ਜਾਂ ਇਹਦੇ ਵਾਸ ਟੂ ਬੀ 'ਚ ਇਸ਼ੂ ਹੈ। ਆਮ ਤੌਰ ਤੇ ਜ਼ਿਆਦਾ ਕੇਸਿਸ ਦੇ ਵਿੱਚ ਕਿੰਗ ਜਿਹੜਾ ਸੀਗਾ ਉਹ ਕਸ਼ਤਰੀਆ ਹੀ ਹੁੰਦਾ ਸੀ, ਤੇ ਵਾਸ ਟੂ ਬੀ ਵਾਲਾ ਵੀ ਜਿਹੜਾ ਕਨਸੈਪਟ ਹੈ ਤੁਸੀਂ ਉਹਨੂੰ ਚੈਲੰਜ ਨਹੀਂ ਕਰ ਸਕਦੇ। ਇਹਦੀਆਂ ਚਾਰੇ ਸਟੇਟਮੈਂਟ ਬੇਸਿਕਲੀ ਕਰੈਕਟ ਹੈ। ਦੇਖੋ, ਆਹ ਹੈ ਕਿੰਗਸ਼ਿਪ ਹੈਰੀਡਿਟਰੀ ਹੋ ਗਈ। ਜੇ ਹੈਰੀਡਿਟਰੀ ਹੋ ਗਈ ਮਤਲਬ ਇਹ ਤਾਂ ਕਿੰਗ ਸੇਮ ਕਾਸਟ ਦਾ ਹੀ ਸੀਗਾ। ਸਿਰਫ ਇੱਕ ਦੋ ਥਾਂ ਦੇ ਉੱਤੇ, ਜਿਵੇਂ ਵਾਜਿਸ ਦੇ ਵਿੱਚ ਕਹਿ ਦਿੰਦੇ ਆ ਕਿ ਜਿਹੜੀ ਵਾਜਿਸ ਕਨਫੈਡਰੇਸੀ ਸੀ ਉਹਦੇ ਵਿੱਚ ਵੋਟਿੰਗ ਦਾ ਸਿਸਟਮ ਸੀਗਾ। ਜਾਂ ਅਸੀਂ ਇੱਕ ਜ਼ਰੂਰ ਗੱਲ ਕਰ ਸਕਦੇ ਹਾਂ, ਪਰ ਉਹ ਹੈਰੀਡਿਟਰੀ ਨੂੰ ਚੈਲੰਜ ਕਰਦੀ ਆ। ਅਸੀਂ ਇਹ ਨਹੀਂ ਕਹਿ ਸਕਦੇ, ਜਿਵੇਂ ਹੁਣ ਭਾਰਤ ਸੀਗੇ, ਹਿੰਦੁਸਤਾਨ ਦਾ ਰਾਜਾ ਭਾਰਤ ਸੀਗਾ, ਉਹਨੇ ਆਪਣੀ ਔਲਾਦ ਛੱਡ ਕੇ ਸ਼ਾਂਤਨੂ ਨੂੰ ਰੂਲਰ ਬਣਾਤਾ, ਪਰ ਸ਼ਾਂਤਨੂ ਵੀ ਵਾਰੀਅਰ ਕਾਸਟ ਤੋਂ ਹੀ ਸੀਗਾ, ਵਾਰੀਅਰ ਕਮਿਊਨਿਟੀ ਚੋਂ ਵੀ ਸੀਗਾ। ਤਾਂ ਇਹਦੇ 'ਚ ਪ੍ਰੈਕਟੀਕਲੀ ਕੋਈ ਵੀ ਆਪਸ਼ਨ ਗਲਤ ਨਹੀਂ ਹੈ। ਤੇ ਜੇ ਅਸੀਂ ਆਨਸਰ ਕੀ ਫਾਲੋ ਕਰਨੀ ਆ, ਆਨਸਰ ਕੀ ਦੇ ਹਿਸਾਬ ਨਾਲ ਸਾਡੇ ਕੋਲ ਇਹਦੀ ਇੱਕ ਆਪਸ਼ਨ ਹੈ ਜਿਹੜੀ ਉਹ ਇਹਦੇ 'ਚ ਸਾਨੂੰ ਰੌਂਗ ਲੱਗਦੀ ਹੈ, ਐਸ ਪਰ ਦਾ ਆਨਸਰ ਕੀ। ਅਦਰਵਾਈਜ਼ ਇਹਦੇ ਵਿੱਚ ਸਾਡੇ ਕੋਲੇ ਕੋਈ ਵੀ ਜਿਹੜੀ ਇਹਦੀ ਹੈਗੀ ਹੈ, ਜੇ ਆਪਾਂ ਇਹਦੀ ਸਪਿਰਿਟ ਤੇ ਜਾਣਾ ਹੋਵੇ ਤਾਂ ਚਾਰਾਂ ਦੇ ਵਿੱਚੋਂ ਕੋਈ ਵੀ ਆਪਸ਼ਨ ਹੈ ਜਿਹੜੀ ਉਹ ਗਲਤ ਨਹੀਂ ਹੈ। ਤੋ ਇਹ ਆਪਣੇ ਕੋਲੇ ਲਾਸਟ ਕੁਐਸਚਨ ਸੀ। ਹੁਣ ਮੈਂ ਜਰਾ ਆਹ ਕੁਐਸਚਨ ਇੱਕ ਕਰਦਾ, 82 ਤੱਕ ਆਪਾਂ ਕਰਾਂਗੇ, ਲੈਕਚਰ ਬੜਾ ਲੰਮਾ ਹੋ ਗਿਆ। ਵਿਚ ਆਫ ਦ ਫੋਲੋਇੰਗ ਡਿਸਕ੍ਰਿਪਸ਼ਨ ਆਫ ਲੇਟਰ ਵੈਦਿਕ ਆਫੀਸ਼ੀਅਲਸ ਇਜ਼ ਨਾਟ ਕਰੈਕਟ। ਤੋ ਲੇਟਰ ਵੈਦਿਕ ਆਫੀਸ਼ੀਅਲਸ ਬਾਰੇ ਕਿਹੜੀ ਇਹਨਾਂ ਚੋਂ ਠੀਕ ਨਹੀਂ ਹੈ? ਦਿਸ ਇਜ਼ ਕਸ਼ਾਤਰੀ ਨਾਟ ਵਾਰੀਅਰ ਕਮਿਊਨਿਟੀ। ਇਹ ਟਰਮ ਦਾ ਤੇ ਉਹਦਾ ਫਰਕ ਹੈ। ਇਹ ਚੈਂਬਰਲੇਨ ਹੀ ਹੁੰਦਾ ਸੀ, ਕਰੈਕਟ ਹੈ। ਸੰਗ੍ਰਹਿਤਰੀ ਟ੍ਰਾਇਰ ਹੀ ਹੁੰਦਾ ਸੀ, ਭਾਗਾ ਦੁਗਾ, ਇਹ ਵੀ ਠੀਕ ਹੈ। ਆਪਾਂ ਕੁਐਸਚਨਾਂ 'ਚ ਕਰਕੇ ਹੀ ਆਏ ਹਾਂ। ਇਹ ਜਿਹੜਾ ਸੀਗਾ ਟੈਕਸ ਕਲੈਕਟ ਕਰਦਾ ਸੀ। ਹੁਣ ਸਾਡੇ ਕੋਲ ਇੱਕ ਇਹਦੇ 'ਚ ਬੜਾ ਇਸ਼ੂ ਆ ਗਿਆ, ਰਾਜਨਿਆ ਕਲਰਕ ਨਹੀਂ ਹੁੰਦਾ ਸੀਗਾ। ਇਹ ਤਾਂ ਭਾਈ ਰਾਜੇ ਲਈ, ਰੂਲਰ ਦੇ ਲਈ ਇਹ ਟਰਮ ਹੈ ਜਿਹੜੀ ਇਹ ਇਸਤੇਮਾਲ ਹੁੰਦੀ ਸੀ। ਹੀ ਵਾਸ ਨਾਟ ਕਲਰਕ, ਦਿਸ ਇਜ਼ ਰੌਂਗ। ਇਹਨੇ ਪੁੱਛਿਆ ਕੀ ਹੈ ਸਾਨੂੰ, ਸਟੇਟਮੈਂਟ ਵਿਚ ਇਜ਼ ਨਾਟ ਕਰੈਕਟ। ਨਾਟ ਵਰਡ ਬੜਾ ਇੰਪੋਰਟੈਂਟ ਹੈ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ। 81 ਦਾ ਜਿਹੜਾ ਆਨਸਰ ਸਾਡੇ ਕੋਲ ਬੰਦਾ ਹੈ ਉਹ ਡੀ ਹੀ ਬੰਦਾ। 82 ਟੂ whom ਗਾਇਤਰੀ ਮੰਤਰਾ ਇਜ਼ ਡੈਡੀਕੇਟਡ। ਸਾਵਿਤਰੀ ਸੋਲਰ ਡਾਇਟੀ, ਸੂਰਿਆ ਸਨ, ਮਾਰੂਤ ਗॉड ਆਫ ਸਟਾਰਮ, ਇਹਨੂੰ ਵਾਯੂ ਵੀ ਕਹਿ ਦਿੰਦੇ ਆ। ਸੋਮਾ ਗॉड ਆਫ ਇੰਟੌਕਸੀਕੇਟਿੰਗ ਜੂਸਿਸ, ਇਹ ਵੀ ਨਹੀਂ ਹੈਗਾ। ਦੇਖੋ, ਇਹਦੇ ਵਿੱਚ ਸਾਡੇ ਕੋਲੇ ਭਲੇਖਾ ਸੂਰਿਆ ਤੇ ਸਾਵਿਤਰੀ 'ਚ ਪੈ ਸਕਦਾ ਹੈ। ਤੁਸੀਂ ਯਾਦ ਰੱਖਣਾ, ਇਟ ਇਜ਼ ਸਾਵਿਤਰੀ ਐਂਡ ਨਾਟ ਦਾ ਸਨ। ਜੇ ਕੋਈ ਹੋਰ ਆਪਸ਼ਨ ਨਹੀਂ ਦਿੱਤੀ ਹੋਈ ਨਾ, ਮਤਲਬ ਕਿ ਸਾਵਿਤਰੀ ਨਾ ਦਿੱਤੀ ਹੁੰਦੀ ਤਾਂ ਇਹਦੀ ਥਾਂ ਤੇ ਸਾਵਿਤਰੀ ਦੀ ਥਾਂ ਤੇ ਇੰਦਰਾ ਦੇ ਦਿੰਦੇ ਮੰਨ ਲਓ ਆਪਾਂ, ਤਾਂ ਫਿਰ ਨੀਅਰੈਸਟ ਆਪਸ਼ਨ ਆ ਟਿਕ ਹੋਣੀ ਸੀ। ਜੇ ਸਾਵਿਤਰੀ ਪ੍ਰੈਜ਼ੈਂਟ ਹੈ ਤਾਂ ਅਸੀਂ ਸਾਵਿਤਰੀ ਹੀ ਟਿਕ ਕਰਨੀ ਹੈ। ਰਿਗਵੇਦ ਸੰਹਿਤਾ 1/4 ਆਫ ਇਟਸ ਹਿਮ, ਲਗਭਗ 1000 ਦੇ ਕੋਲ ਨੇ ਇਹਦੇ 'ਚ ਹਿਮਸ ਨੇ ਟੋਟਲ ਰਿਗਵੇਦ ਦੇ ਵਿੱਚ। ਤੇ ਇਹਨਾਂ ਦੇ ਵਿੱਚੋਂ 250 ਨੇ ਜਿਹੜੇ ਉਹ ਦੇਵਰਾਜ ਇੰਦਰ ਨੂੰ ਡੈਡੀਕੇਟਡ ਨੇ। 250 ਨੇ ਜਿਹੜੇ ਉਹ ਦੇਵਰਾਜ ਇੰਦਰ ਨੂੰ ਡੈਡੀਕੇਟਡ ਨੇ, ਤੇ 200 ਨੇ ਜਿਹੜੇ ਸਾਡੇ ਕੋਲੇ ਉਹ ਅਗਨੀ ਦੇਵਤਾ ਨੂੰ ਡੈਡੀਕੇਟਡ ਨੇ। ਤੋ ਇਟ ਇਜ਼ ਇੰਦਰਾ। ਦੇਵਰਾਜ ਇੰਦਰ ਨੂੰ 1028 ਦੇ ਵਿੱਚੋਂ 250, 1/4, ਅਗਨੀ ਨੂੰ 200, ਇਹਨੇ ਹਿਮਸ ਡੈਡੀਕੇਟਡ ਨੇ। ਤੋ ਆਪਾਂ ਰਿਗਵੇਦ, ਅੱਜ ਦਾ ਸੈਸ਼ਨ ਸਾਡਾ ਇੱਥੋਂ ਤੱਕ ਹੀ ਸੀਗਾ। ਅਸੀਂ ਇੱਥੋਂ ਤੱਕ ਹੀ ਕੁਐਸਚਨਸ ਕਰਨੇ ਸੀਗੇ।